ਸਾਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਗੱਲ ਕਰਾਂਗੇ ਚੌਥੀ ਜਮਾਤ ਵਿਸ਼ਾ ਪੰਜਾਬੀ ਪੁਸਤਕ ਇਸ ਦਾ ਪਾਠ ਨੰਬਰ 7 ਕਰਾਂਗੇ ਨਾਨੀ ਦੀ ਸਿੱਖਿਆ। ਇਸ ਪਾਠ ਨੂੰ ਪੜਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਹੁਣ ਆਪਾਂ ਇਸ ਪਾਠ ਨੂੰ ਪੜ੍ਹਦੇ ਹਾਂ। ਬੁੱਧੂ ਬੁੱਧਵਾਰ ਵਾਲੇ ਦਿਨ ਜੰਮਿਆ ਸੀ। ਉਸ ਦੀ ਨਾਨੀ ਨੇ ਉਸ ਦਾ ਨਾਂ ਬੁੱਧ ਰਾਮ ਰੱਖਿਆ। ਨਾਨੀ ਦੀ ਇੱਛਾ ਸੀ ਕਿ ਉਸ ਦਾ ਦੋਤਾ ਬੁੱਧੀ ਵਾਲਾ ਹੋਵੇ। ਹੋਇਆ ਇਹ ਕਿ ਬੁੱਧ ਰਾਮ 10 ਵਰ੍ਹਿਆਂ ਦਾ ਹੋ ਕੇ ਵੀ ਪੜ੍ਹਨੇ ਨਹੀਂ ਪਿਆ। ਬੁੱਧ ਰਾਮ ਦੀ ਮਾਂ ਉਸ ਨੂੰ ਸਕੂਲ ਲੈ ਕੇ ਜਾਂਦੀ, ਪਰ ਉਹ ਘਰ ਨੂੰ ਭੱਜ ਆਉਂਦਾ। ਬੁੱਧ ਰਾਮ ਸਾਰਾ ਦਿਨ ਖੇਡਦਾ ਰਹਿੰਦਾ, ਫਿਰ ਖਾ ਪੀ ਕੇ ਸੌਂ ਜਾਂਦਾ। ਕੰਮ ਵੀ ਕੋਈ ਨਾ ਕਰਦਾ। ਉਸ ਨੂੰ ਨਿਕੰਮਾ ਜਾਣ ਕੇ ਸਾਰਿਆਂ ਨੇ ਉਸ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ। ਬੁੱਧੂ ਦਾ ਮਤਲਬ ਸੀ ਸਿੱਧੜ। ਇੱਕ ਦਿਨ ਬੁੱਧੂ ਆਪਣੇ ਨਾਨਕੇ ਦੀ ਜਿੱਦ ਕਰਨ ਲੱਗਾ। ਮਾਂ ਨੇ ਸੋਚਿਆ ਠੀਕ ਹੈ, ਨਾਨਕੇ ਜਾ ਆਵੇ, ਇੱਥੇ ਵੀ ਇਸਨੇ ਵਿਹਲਿਆਂ ਹੀ ਘੁੰਮਣਾ ਹੈ। ਬੁੱਧੂ ਨੇ ਨਵੇਂ ਕੱਪੜੇ ਪਾਏ ਅਤੇ ਪੈਰਾਂ ਵਿੱਚ ਨਵੀਂ ਜੁੱਤੀ ਪਾ ਲਈ। ਇਹ ਤੁਰਨ ਵੇਲੇ ਚੀਂ ਚੀਂ ਕਰਦੀ। ਬੁੱਧੂ ਨੂੰ ਚਾਅ ਚੜ੍ਹ ਗਿਆ। ਮਾਂ ਮੈਂ ਜਾਵਾਂ? ਉਸਨੇ ਮਾਂ ਤੋਂ ਪੁੱਛਿਆ। ਉੱਡ ਜਾ ਉੱਡ ਜਾ, ਮਾਂ ਨੇ ਖਹਿੜਾ ਛੁਡਾਉਣ ਲਈ ਕਿਹਾ। ਬੁੱਧੂ ਤੁਰਦਾ ਗਿਆ, ਨਾਲ ਹੀ ਮਾਂ ਦੇ ਕਹੇ ਸ਼ਬਦ ਉੱਡ ਜਾ ਬੋਲਣ ਲੱਗਿਆ। ਰਾਹ ਵਿੱਚ ਇੱਕ ਬੀੜ ਸੀ। ਇੱਕ ਸ਼ਿਕਾਰੀ ਨੇ ਸ਼ਿਕਾਰ ਨੂੰ ਫੜਨ ਲਈ ਜਾਲ ਵਿਛਾਇਆ ਹੋਇਆ ਸੀ। ਇੱਕ ਤਾਂ ਬੁੱਧੂ ਦੀ ਜੁੱਤੀ ਦੀ ਆਵਾਜ਼ ਆ ਰਹੀ ਸੀ, ਦੂਜਾ ਉਹ ਉੱਡ ਜਾ ਕਹਿੰਦਾ ਜਾਂਦਾ ਸੀ। ਜਦੋਂ ਉਹ ਜਾਲ ਦੇ ਨੇੜੇ ਆਇਆ ਤਾਂ ਜਾਲ ਵਿੱਚ ਫਸਣ ਤੋਂ ਪਹਿਲਾਂ ਹੀ ਪੰਛੀ ਉੱਡ ਗਏ। ਸ਼ਿਕਾਰੀ ਨੂੰ ਬੜਾ ਗੁੱਸਾ ਚੜ੍ਹਿਆ। ਉਸਨੇ ਬੁੱਧੂ ਨੂੰ ਖੂਬ ਡਾਂਟਿਆ ਅਤੇ ਕਿਹਾ, ਮੂਰਖਾ, ਜੇ ਚੁੱਪ ਨਹੀਂ ਰਹਿ ਹੁੰਦਾ ਤਾਂ ਫਿਰ ਇਹ ਕਹਿੰਦਾ ਜਾਵੀਂ, ਆਈ ਜਾਓ ਫਸੀ ਜਾਓ। ਬੁੱਧੂ ਆਪਣੇ ਰਾਹ ਤੁਰ ਪਿਆ। ਹੁਣ ਉਸਦੇ ਮੂੰਹੋਂ ਇਹ ਬੋਲ ਨਿਕਲਦੇ, ਆਈ ਜਾਓ ਫਸੀ ਜਾਓ। ਅੱਗੇ ਕੁਝ ਚੋਰ ਛਿਪੇ ਬੈਠੇ ਸਨ। ਉਹ ਚੋਰੀ ਕਰਨ ਦੀ ਸੋਚ ਰਹੇ ਸਨ। ਉਹਨਾਂ ਨੂੰ ਬੁੱਧੂ ਦੇ ਬੋਲ ਬਹੁਤ ਬੁਰੇ ਲੱਗੇ। ਉਹਨਾਂ ਨੇ ਵੀ ਬੁੱਧੂ ਨੂੰ ਬੁਰਾ ਭਲਾ ਕਿਹਾ। ਫਿਰ ਉਹਨਾਂ ਨੇ ਕਿਹਾ, ਜੇ ਤੂੰ ਬੋਲਣਾ ਹੀ ਸੀ ਤਾਂ ਆਖਦਾ, ਲਿਆਈ ਜਾਓ ਰੱਖੀ ਜਾਓ। ਚੋਰਾਂ ਦਾ ਸਮਝਾਇਆ ਉਹ ਅੱਗੇ ਤੁਰ ਪਿਆ। ਉਹ ਕਿਸੇ ਪਿੰਡ ਦੀਆਂ ਮੜ੍ਹੀਆਂ ਕੋਲੋਂ ਲੰਘਿਆ। ਉਸ ਪਿੰਡ ਦੇ ਲੋਕ ਇੱਕ ਨੌਜਵਾਨ ਦੀ ਅਰਥੀ ਚੁੱਕੀ ਮੜ੍ਹੀਆਂ ਵੱਲ ਜਾ ਰਹੇ ਸਨ। ਉਹਨਾਂ ਨੇ ਬੁੱਧੂ ਦੇ ਬੋਲ ਲਿਆਈ ਜਾਓ ਰੱਖੀ ਜਾਓ ਸੁਣੇ ਤਾਂ ਪਿੰਡ ਦੇ ਲੋਕ ਗੁੱਸੇ ਨਾਲ ਭਰ ਗਏ। ਇੱਕ ਬਜ਼ੁਰਗ ਨੇ ਖਿਝ ਕੇ ਕਿਹਾ, ਤੈਨੂੰ ਚੰਗਾ ਬੋਲਣਾ ਨਹੀਂ ਸਿਖਾਇਆ ਕਿਸੇ ਨੇ? ਇੱਥੇ ਤਾਂ ਹਰ ਕੋਈ ਕਹਿ ਰਿਹਾ ਹੈ, ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਅੱਗੇ ਤੁਰਦਿਆਂ ਬੁੱਧੂ ਮੁੜ ਆਖੇ, ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਅਗਲੇ ਪਿੰਡ ਇੱਕ ਕੁੜੀ ਦਾ ਵਿਆਹ ਸੀ। ਸਾਰਾ ਪਰਿਵਾਰ ਅਤੇ ਰਿਸ਼ਤੇਦਾਰ ਖੁਸ਼ ਸਨ। ਉਹਨਾਂ ਦੇ ਕੋਲੋਂ ਲੰਘਦਿਆਂ ਬੁੱਧੂ ਬੋਲਿਆ, ਇਹੋ ਜਿਹੀ ਕਿਸੇ ਨਾਲ ਨਾ ਹੋਵੇ। ਸੁਣਨ ਵਾਲਿਆਂ ਨੂੰ ਬੁੱਧੂ ਬੜਾ ਮੂਰਖ ਲੱਗਿਆ। ਫਿਰ ਇੱਕ ਨੇ ਸਮਝਾਇਆ, ਇਹ ਆਖੀਦਾ ਹੈ ਕਿ ਐਸੀ ਹਰੇਕ ਦੇ ਘਰ ਹੋਵੇ। ਸਿੱਧੜ ਬੁੱਧੂ ਅੱਗੇ ਤੁਰਦਾ ਹੋਇਆ ਇਹੋ ਬੋਲਦਾ ਗਿਆ। ਥੋੜ੍ਹੀ ਦੂਰ ਅੱਗੇ ਕਿਸੇ ਕਿਸਾਨ ਦੀ ਪੱਕੀ ਕਣਕ ਨੂੰ ਅੱਗ ਲੱਗੀ ਹੋਈ ਸੀ। ਲੋਕੀ ਅੱਗ ਬੁਝਾ ਰਹੇ ਸਨ। ਉਹ ਅੱਗ ਉੱਪਰ ਪਾਣੀ ਪਾ ਰਹੇ ਸਨ। ਬੁੱਧੂ ਦੇ ਬੋਲ ਸੁਣ ਕੇ ਦੁਖੀ ਹੋਏ ਕਿਸਾਨ ਨੇ ਉਸ ਦੇ ਚੰਗੇ ਕੰਨ ਪੁੱਟੇ। ਹਾਏ ਰੱਬਾ, ਮੈਂ ਹੁਣ ਕੀ ਕਰਾਂ? ਉਸਨੇ ਕੂਕ ਮਾਰੀ। ਤੂੰ ਚੁੱਪ ਕਰਕੇ ਅੱਗੇ ਤੁਰਦਾ ਹੋ। ਇਹਨਾਂ ਆਖਦਿਆਂ ਕਿਸਾਨ ਪਾਣੀ ਦੀ ਬਾਲਟੀ ਭਰਨ ਲਈ ਨੱਠ ਗਿਆ। ਬੁੱਧੂ ਆਪਣੇ ਨਾਨਕੇ ਪਹੁੰਚਿਆ। ਰਾਤ ਨੂੰ ਉਸਨੇ ਆਪਣੀ ਨਾਨੀ ਨੂੰ ਆਪ ਬੀਤੀ ਸੁਣਾਈ। ਤਦ ਨਾਨੀ ਨੇ ਸਮਝਾਇਆ, ਜੇਕਰ ਤੂੰ ਅਨਪੜ੍ਹ ਰਿਹਾ ਤਾਂ ਹੀ ਬੁੱਧੂ ਬਣਿਆ। ਪੜ੍ਹਾਈ ਕਰਕੇ ਤੂੰ ਹੁਸ਼ਿਆਰ ਅਤੇ ਅਕਲਮੰਦ ਹੋ ਜਾਣਾ ਸੀ। ਫਿਰ ਤੂੰ ਬਿਨਾਂ ਮਤਲਬ ਨਹੀਂ ਸੀ ਬੋਲਣਾ। ਪੜ੍ਹੇ ਲਿਖੇ ਮੁੰਡੇ ਕੁੜੀਆਂ ਫਜ਼ੂਲ ਨਹੀਂ ਬੋਲਦੇ। ਜੇ ਬੋਲਣ ਦੀ ਲੋੜ ਹੋਵੇ ਤਾਂ ਸੋਚ ਸਮਝ ਕੇ ਹੀ ਬੋਲਦੇ ਹਨ। ਬੁੱਧੂ ਨੂੰ ਨਾਨੀ ਦੀ ਕਹੀ ਗੱਲ ਸਮਝ ਆ ਗਈ। ਉਹ ਅਗਲੇ ਦਿਨ ਘਰ ਪਰਤ ਆਇਆ। ਫਿਰ ਮਾਂ ਨੂੰ ਕਹਿਣ ਲੱਗਿਆ, ਕੱਲ੍ਹ ਤੋਂ ਮੈਂ ਪੜ੍ਹਨ ਲਈ ਸਕੂਲ ਜਾਵਾਂਗਾ। ਮੈਂ ਸਦਕੇ ਜਾਵਾਂ ਮੇਰਾ ਬੁੱਧ ਰਾਮ, ਕਹਿ ਕੇ ਮਾਂ ਨੇ ਉਸ ਨੂੰ ਬੁੱਕਲ ਵਿੱਚ ਲੈ ਲਿਆ। ਪਾਠ ਅਭਿਆਸ। ਸ਼ਬਦ ਅਰਥ। ਪਹਿਲਾ ਹੈਗਾ ਚਾਅ ਚੜ੍ਹਨਾ, ਬਹੁਤ ਖੁਸ਼ ਹੋਣਾ, ਖਹਿੜਾ ਛਡਾਉਣਾ, ਮਗਰੋਂ ਲਾਹੁਣਾ, ਕੰਨ ਪੁੱਟਣਾ,
मत देनी सज़ा देनी, सदके जाना, कुरबान जाना, बुक्कल विच लैना, आसरा देना, प्यार करना। हुण बच्चों आपां इसदियां खाली थावां करांगे। हुण बच्चों आपां अगे खाली थावां करदे हां। शिकारी ने शिकार नूं फड़न लई डैश विछाया होया सी। की विछाया होया सी बच्चों? जाल। नंबर आड़ा, कुछ डैश चोरी करन दी सोच रहे सन। कौन सी बच्चों? चोर। ईडी, पिंड दे लोग एक डैश दी अर्थी चुक्की मड़ियां वल जा रहे सन। कौन किस दी अर्थी चुक्की जा रहे सी बच्चों? नौजवान दी। सस्सा हैगे अगले पिंड विच एक डैश दा ब्याह सी। किस दा ब्याह सी बच्चों? लड़की दा। हाहा, किसान दी पक्की डैश नूं अग लगी हुई सी। किस नूं बच्चों? फसल नूं। ਤਾਂ ਇਹ ਖਾਲੀ ਥਾਵਾਂ ਤੁਸੀਂ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਅੱਗੇ ਹੈਗਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਪਹਿਲਾ ਪ੍ਰਸ਼ਨ ਹੈਗਾ ਸਾਡੇ ਕੋਲ, ਬੁੱਧ ਰਾਮ ਦਾ ਇਹ ਨਾਂ ਕਿਸਨੇ ਅਤੇ ਕਿਉਂ ਰੱਖਿਆ? ਬੁੱਧ ਰਾਮ ਬੁੱਧਵਾਰ ਵਾਲੇ ਦਿਨ ਜੰਮਿਆ ਸੀ, ਇਸ ਲਈ ਉਸ ਦੀ ਨਾਨੀ ਨੇ ਉਸ ਦਾ ਨਾਮ ਬੁੱਧ ਰਾਮ ਰੱਖਿਆ ਸੀ। ਤਾਂ ਕਿਸ ਨੇ ਰੱਖਿਆ ਸੀ ਬੱਚਿਓ? ਉਸ ਦੀ ਨਾਨੀ ਨੇ। ਅਤੇ ਕਿਉਂ ਰੱਖਿਆ ਸੀ? ਕਿਉਂਕਿ ਉਹ ਬੁੱਧਵਾਰ ਵਾਲੇ ਦਿਨ ਜੰਮਿਆ ਸੀ। ਆੜਾ ਪ੍ਰਸ਼ਨ ਹੈਗਾ ਸਾਡੇ ਕੋਲ, ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਕੌਣ ਕੌਣ ਮਿਲਿਆ? ਤਾਂ ਨਾਨਕੇ ਜਾਣ ਸਮੇਂ ਰਸਤੇ ਵਿੱਚ ਬੁੱਧੂ ਨੂੰ ਕੌਣ ਕੌਣ ਮਿਲਿਆ ਸੀ ਬੱਚਿਓ? ਸਭ ਤੋਂ ਪਹਿਲਾਂ ਉਸ ਨੂੰ ਸ਼ਿਕਾਰੀ ਮਿਲਿਆ ਸੀ ਜਿਸ ਨੇ ਜਾਲ ਵਿਛਾਇਆ ਹੋਇਆ ਸੀ। ਉਸ ਤੋਂ ਬਾਅਦ ਮਿਲੇ ਸੀ ਚੋਰ, ਠੀਕ ਹੈ, ਜੋ ਉੱਥੇ ਚੋਰੀ ਕਰਨ ਦੀ ਸੋਚ ਰਹੇ ਸੀ। ਫਿਰ ਉਹਨਾਂ ਨੂੰ ਅਰਥੀ ਚੁੱਕੀ ਜਾਂਦੇ ਲੋਕ ਮਿਲੇ ਸੀ, ਠੀਕ ਹੈ। ਉਸ ਤੋਂ ਬਾਅਦ ਕੁੜੀ ਦੇ ਵਿਆਹ ਕਰ ਰਹੇ ਲੋਕ ਮਿਲੇ ਸੀ ਜਿੱਥੇ ਕੁੜੀ ਦਾ ਵਿਆਹ ਸੀ। ਇਸ ਤੋਂ ਬਾਅਦ ਕਿਸਾਨ ਨੂੰ ਕਣਕ ਨੂੰ ਅੱਗ ਲੱਗੀ ਹੋਈ ਸੀ, ਕਿਸਾਨ ਦੀ ਕਣਕ ਨੂੰ ਅੱਗ ਬੁਝਾਉਣ ਵਾਲੇ ਲੋਕ ਮਿਲੇ ਸੀ ਅਤੇ ਲੋਕ ਅਤੇ ਕਿਸਾਨ ਮਿਲੇ ਸੀ। ਤਾਂ ਇਸ ਤਰ੍ਹਾਂ ਉਸ ਨੂੰ ਇਹ ਸਾਰੇ ਲੋਕ ਮਿਲੇ ਸੀ। ਅਗਲਾ ਪ੍ਰਸ਼ਨ ਹੈਗਾ, ਨਾਨਕੇ ਪਹੁੰਚ ਕੇ ਬੁੱਧੂ ਨੇ ਕੀ ਕੀਤਾ? ਨਾਨਕੇ ਪਹੁੰਚ ਕੇ ਬੱਚੇ ਬੁੱਧੂ ਨੇ ਕੀ ਕੀਤਾ ਸੀ? ਉਸਨੇ ਆਪਣੀ ਨਾਨੀ ਨੂੰ ਰਾਤ ਨੂੰ ਆਪਣੀ ਕਹਾਣੀ ਸੁਣਾਈ ਸੀ, ਆਪਣੀ ਆਪ ਬੀਤੀ ਸੁਣਾਈ ਸੀ ਵੀ ਮੈਂ ਰਸਤੇ 'ਚ ਕਿਸ ਨੂੰ ਮਿਲਿਆ ਅਤੇ ਉਸਨੇ ਮੈਨੂੰ ਕੀ ਕਿਹਾ। ਨਾਨਕੇ ਪਹੁੰਚ ਕੇ ਬੁੱਧੂ ਨੇ ਰਾਤ ਨੂੰ ਆਪਣੀ ਨਾਨੀ ਨੂੰ ਆਪਣੀ ਸਾਰੀ ਆਪ ਬੀਤੀ ਸੁਣਾਈ। ਨਾਨੀ ਨੇ ਬੁੱਧੂ ਨੂੰ ਕੀ ਸਮਝਾਇਆ? ਨਾਨੀ ਨੇ ਬੁੱਧੂ ਨੂੰ ਸਮਝਾਇਆ ਕਿ ਉਹ ਅਨਪੜ੍ਹ ਰਹਿਣ ਕਰਕੇ ਬੁੱਧੂ ਰਹਿ ਗਿਆ ਹੈ, ਉਹ ਪੜ੍ਹ ਕੇ ਹੁਸ਼ਿਆਰ ਬਣ ਸਕਦਾ ਹੈ। ਇਸ ਦੇ ਨਾਲ ਹੀ ਉਸ ਨੂੰ ਬਿਨਾਂ ਮਤਲਬ ਨਹੀਂ ਬੋਲਣਾ ਚਾਹੀਦਾ। ਪੜ੍ਹੇ ਲਿਖੇ ਮੁੰਡੇ ਕੁੜੀਆਂ ਬਹੁਤਾ ਨਹੀਂ ਬੋਲਦੇ, ਜੇ ਬੋਲਣ ਦੀ ਲੋੜ ਪਵੇ ਤਾਂ ਉਹ ਸੋਚ ਸਮਝ ਕੇ ਬੋਲਦੇ ਹਨ। ਅੱਗੇ ਦੇਖਦੇ ਹਾਂ ਬੱਚਿਓ, ਹਾਹਾ ਪ੍ਰਸ਼ਨ ਹੈਗਾ ਸਾਡਾ, ਆਪਣੇ ਘਰ ਪਰਤ ਕੇ ਬੁੱਧੂ ਨੇ ਮਾਂ ਨੂੰ ਕੀ ਕਿਹਾ? ਬੁੱਧੂ ਨੇ ਮਾਂ ਨੂੰ ਕੀ ਕਿਹਾ ਸੀ? ਆਪਣੇ ਘਰ ਪਰਤ ਕੇ ਬੁੱਧੂ ਮਾਂ ਨੂੰ ਕਹਿਣ ਲੱਗਿਆ, ਕੱਲ੍ਹ ਤੋਂ ਮੈਂ ਪੜ੍ਹਨ ਲਈ ਸਕੂਲ ਜਾਵਾਂਗਾ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਪਹਿਲਾ ਵਾਕ ਬੱਚਿਓ ਆਪਣੇ ਕੋਲ ਕਿਹੜਾ ਹੈ? ਆਪਣੇ ਕੋਲ ਹੈਗਾ ਨਿਕੰਮਾ। ਲੋਕ ਬੁੱਧੂ ਨੂੰ ਨਿਕੰਮਾ ਸਮਝਦੇ ਸਨ। ਅਗਲਾ ਵਾਕ ਹੈਗਾ ਬੱਚਿਓ ਆਪਣੇ ਕੋਲ ਸ਼ਿਕਾਰੀ। ਸ਼ਿਕਾਰੀ, ਸ਼ਿਕਾਰੀ ਨੇ ਜੰਗਲ ਵਿੱਚ ਜਾਲ ਵਿਛਾਇਆ ਹੋਇਆ ਸੀ। ਇਸ ਤੋਂ ਬਾਅਦ ਬੱਚਿਓ ਆਪਣਾ ਅਗਲਾ ਵਾਕ ਹੈਗਾ ਆਪ ਬੀਤੀ। ਆਪ ਬੀਤੀ ਦਾ ਆਪਾਂ ਵਾਕ ਬਣਾਉਣਾ ਹੈ, ਬੁੱਧੂ ਨੇ ਆਪਣੀ ਨਾਨੀ ਨੂੰ ਆਪਣੀ ਸਾਰੀ ਆਪ ਬੀਤੀ ਸੁਣਾਈ। ਸੱਸਾ ਵਾਕ ਬੱਚਿਓ ਆਪਣੇ ਕੋਲ ਹੈਗਾ ਹੁਸ਼ਿਆਰ। ਸੱਸਾ ਹੁਸ਼ਿਆਰ, ਰਾਮ ਆਪਣੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ। ਅਗਲਾ ਵਾਕ ਹੈਗਾ ਬੱਚਿਓ ਫਜ਼ੂਲ। ਸਾਨੂੰ ਕਦੇ ਵੀ ਫਜ਼ੂਲ ਖਰਚ ਨਹੀਂ ਕਰਨਾ ਚਾਹੀਦਾ। ਇਸ ਪਾਠ ਵਿੱਚ ਹੇਠ ਲਿਖੇ ਸ਼ਬਦ ਆਏ ਹਨ, ਇਹਨਾਂ ਨੂੰ ਸਮਝੋ। ਸਭ ਤੋਂ ਪਹਿਲਾ ਸ਼ਬਦ ਹੈਗਾ ਬੱਚਿਓ ਨਾਨਕੇ। ਨਾਨਕੇ ਕੀ ਹੁੰਦੇ ਨੇ? ਮਾਂ ਦੇ ਪੇਕੇ ਘਰ ਨੂੰ ਨਾਨਕੇ ਕਹਿੰਦੇ ਹਨ। ਜਿਹੜਾ ਪਿੰਡ ਤੁਹਾਡੀ ਮੰਮੀ ਦਾ ਹੁੰਦਾ ਹੈ ਉਸ ਨੂੰ ਆਪਾਂ ਨਾਨਕੇ ਕਹਿੰਦੇ ਹਾਂ। ਦੋਹਤਾ, ਧੀ ਦੇ ਪੁੱਤਰ ਨੂੰ ਦੋਹਤਾ ਕਹਿੰਦੇ ਹਨ। ਨੰਬਰ 3 ਬੀੜ। ਬੀੜ ਕਿਹਨੂੰ ਕਹਿੰਦੇ ਨੇ ਬੱਚਿਓ? ਜੰਗਲ ਨੂੰ। ਮੜੀਆਂ, ਦਾਹ ਸੰਸਕਾਰ ਲਈ ਬਣਾਈ ਥਾਂ। ਇਸ ਤੋਂ ਬਾਅਦ ਅੱਗੇ ਬੁੱਧੂ ਦੇ ਸਫ਼ਰ ਦੌਰਾਨ ਉਸ ਨੂੰ ਕੌਣ ਕੌਣ ਮਿਲਿਆ? ਹੇਠਾਂ ਦਿੱਤੇ ਗੋਲ ਚੱਕਰਾਂ ਵਿੱਚ ਲਿਖੋ। ਸਭ ਤੋਂ ਪਹਿਲਾਂ ਬੱਚੇ ਉਸ ਨੂੰ ਕੌਣ ਮਿਲੇ ਸੀ? ਉਸ ਨੂੰ ਮਿਲਿਆ ਸੀ ਸ਼ਿਕਾਰੀ, ਠੀਕ ਹੈ। ਉਸ ਤੋਂ ਬਾਅਦ ਉਸ ਨੂੰ ਚੋਰ ਮਿਲੇ ਸੀ ਜਿਹੜੇ ਚੋਰੀ ਕਰਨ ਦੀ ਸਲਾਹ ਬਣਾ ਰਹੇ ਸੀ। ਉਸ ਤੋਂ ਬਾਅਦ ਕੁੜੀ ਦਾ ਪਰਿਵਾਰ ਅਤੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕ ਮਿਲੇ ਸੀ, ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਉਹ ਵੀ ਲਿਖ ਸਕਦੇ ਹੋ ਜੋ ਅਰਥੀ ਚੁੱਕੀ ਜਾ ਰਹੇ ਲੋਕ ਮਿਲੇ ਸੀ, ਠੀਕ ਹੈ। ਅਤੇ ਇਸ ਤੋਂ ਬਾਅਦ ਉਸ ਨੂੰ ਕਿਸਾਨ ਮਿਲੇ ਸੀ ਜੋ ਅੱਗ ਬੁਝਾ ਰਹੇ ਸੀ। ਉਸ ਨੂੰ ਉਸ ਦੀ ਨਾਨੀ ਮਿਲੀ ਸੀ, ਠੀਕ ਹੈ। ਇਸ ਤੋਂ ਬਾਅਦ ਬੱਚਿਓ
ਤੁਸੀਂ ਜਿਹੜੀਆਂ ਵੀ ਛੁੱਟੀਆਂ ਦੇ ਵਿੱਚ ਜਾਓਗੇ, ਠੀਕ ਹੈ, ਉੱਥੇ ਤੁਸੀਂ ਰਹਿੰਦੇ ਹੋਏ ਕੀ ਦੇਖਿਆ ਅਤੇ ਕੀ ਕੁਝ ਕੀਤਾ, ਇਹ ਤੁਸੀਂ ਲਿਖ ਸਕਦੇ ਹੋ। ਠੀਕ ਹੈ, ਇਹ ਤੁਸੀਂ ਗਤੀਵਿਧੀ ਖੁਦ ਆਪ ਕਰਨੀ ਹੈ। ਤਾਂ ਬੱਚਿਓ ਇਹ ਪਾਠ ਜਿਹੜਾ ਪੂਰਾ ਹੋ ਗਿਆ। ਅਗਲੇ ਪਾਠ ਦੇ ਪ੍ਰਸ਼ਨ ਉੱਤਰ ਲੈ ਕੇ ਜਲਦ ਹਾਜ਼ਰ ਹੋਵਾਂਗੇ। ਧੰਨਵਾਦ।